ਜਿਹੜਾ ਪਾਵਨ ਵਾਕ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾ, ਇਹ ਪਾਵਨ ਵਾਕ ਹੈ ਭਗਤ ਨਾਮਦੇਵ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ। ਬੜੀ ਹੀ ਕਮਾਲ ਦੀ ਵਿਚਾਰ ਇਸ ਪਾਵਨ ਵਾਕ ਦੇ ਵਿੱਚ ਸਾਨੂੰ ਸਮਝਾਈ ਗਈ ਹੈ। ਤੇ ਇੱਕ ਗੱਲ ਚੇਤੇ ਇਹ ਰੱਖਿਓ ਕਿ ਸਾਡੇ ਕਈ ਤਰ੍ਹਾਂ ਦੇ ਸ਼ੰਕੇ ਨੇ ਨਾ ਜਿਹੜੇ, ਇਹ ਪਾਵਨ ਵਾਕ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ। ਇਸ ਧਰਮ ਦੀ ਦੁਨੀਆ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਹੈਗੇ ਨੇ ਜਿਹੜੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਸਪਿਰਿਚੁਅਲ ਹੋਣ ਦੇ ਨਾਂ ਦੇ ਉੱਤੇ ਉਹਨਾਂ ਨੂੰ ਵੱਖ-ਵੱਖ ਤਰੀਕੇ ਐਸੇ ਸਿਖਾਏ ਜਾਂਦੇ ਨੇ ਜਿਨ੍ਹਾਂ ਦਾ ਅਸਲ ਦੇ ਵਿੱਚ ਸਾਡੇ ਜੀਵਨ ਨੂੰ ਚੰਗਾ ਬਣਾਉਣ ਦੇ ਵਿੱਚ ਕੋਈ ਵੀ ਰੋਲ ਨਹੀਂ ਹੁੰਦਾ, ਪਰ ਉਹਨਾਂ ਵਿਚਾਰੇ ਲੋਕਾਂ ਨੂੰ ਉਸ ਪਾਸੇ ਨੂੰ ਲਾ ਦਿੱਤਾ ਜਾਂਦਾ ਹੈ, ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੇ ਉਹ ਲੋਕ ਵਿਚਾਰੇ ਗੁੰਮਰਾਹ ਹੋ ਵੀ ਜਾਂਦੇ ਨੇ। ਉਹ ਇਹੀ ਸੋਚਦੇ ਰਹਿੰਦੇ ਨੇ ਕਿ ਸ਼ਾਇਦ ਜਿਹੜਾ ਤਰੀਕਾ ਇਸ ਫਲਾਣੇ ਬਾਬਾ ਜੀ ਨੇ, ਇਸ ਫਲਾਣੇ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੈ, ਜੇ ਇਹਨੂੰ ਅਪਣਾ ਲਵਾਂਗੇ ਤੇ ਅਸੀਂ ਵੀ ਬਹੁਤ ਵੱਡੇ ਕਿਤੇ ਧਰਮੀ ਬਣ ਜਾਵਾਂਗੇ, ਅਸੀਂ ਵੀ ਆਪਣੇ ਜੀਵਨ ਨੂੰ ਸ਼ਿੰਗਾਰ ਲਵਾਂਗੇ, ਜੀਵਨ ਨੂੰ ਸੋਹਣਾ ਬਣਾ ਲਵਾਂਗੇ, ਸਾਡੇ ਵੀ ਜਿਹੜੇ ਦੁੱਖ ਨੇ, ਤਕਲੀਫਾਂ ਨੇ, ਪਰੇਸ਼ਾਨੀਆਂ ਨੇ, ਇਹ ਦੂਰ ਹੋ ਜਾਣਗੀਆਂ ਹਮੇਸ਼ਾ ਹਮੇਸ਼ਾ ਦੇ ਵਾਸਤੇ। ਉਹ ਲੋਕ ਇਹ ਗੱਲਾਂ ਸੋਚ ਕੇ ਇਸ ਆਰੇ ਲੱਗ ਜਾਂਦੇ ਨੇ। ਕੋਈ ਆਪਣੇ ਹੱਥ ਵਿੱਚ ਮਾਲਾ ਫੜ ਲੈਂਦਾ ਹੈ, ਕੋਈ ਕਿਸੇ ਇੱਕ ਅੱਖਰ ਦਾ ਰਟਨ ਕਰਨਾ ਸ਼ੁਰੂ ਕਰ ਦਿੰਦਾ ਹੈ, ਕੋਈ ਸਮਾਧੀਆਂ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ ਤੇ ਕੋਈ ਧਿਆਨ ਲਾਉਣ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਕਿੰਨੇ ਸਾਰੇ ਤਰੀਕੇ ਨੇ ਜਿਹੜੇ ਉਹ ਸਿਖਾਏ ਜਾਂਦੇ ਨੇ ਕਿ ਇਸ ਤਰੀਕੇ ਦੇ ਨਾਲ ਧਰਮੀ ਹੋਇਆ ਜਾਂਦਾ ਹੈ। ਪਰ ਗੌਰ ਕਰਿਓ, ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਹੋ ਨਾ, ਗੁਰਬਾਣੀ ਵਿੱਚ ਜਦੋਂ ਧਰਮ ਦੀ ਪਰਿਭਾਸ਼ਾ ਦੱਸੀ ਗਈ ਹੈ, ਗੁਰਬਾਣੀ ਵਿੱਚ ਉਹ ਪਰਿਭਾਸ਼ਾ ਨਹੀਂ ਦੱਸੀ ਗਈ ਜੋ ਦੁਨੀਆ ਦੇ ਲੋਕ ਸਾਡੇ ਸਾਹਮਣੇ ਧਰਮ ਬਿਆਨ ਕਰਦੇ ਨੇ। ਗੁਰਬਾਣੀ ਦੇ ਵਿੱਚ ਬੜੀ ਕਲੀਅਰ ਤੇ ਸਾਫ਼ ਜਿਹੀ ਗੱਲ ਆਈ ਹੈ। ਜਦੋਂ ਮਹਿਲਾ ਪੰਜਵਾਂ ਇਹ ਗੱਲ ਕਹਿੰਦੇ ਨੇ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਕਹਿੰਦੇ ਸਾਰੇ ਧਰਮਾਂ ਦੇ ਨਾਲੋਂ ਸ਼੍ਰੇਸ਼ਟ ਧਰਮ ਪਤਾ ਕਿਹੜਾ ਹੈ? ਪਹਿਲੇ ਨੰਬਰ ਦਾ ਧਰਮ ਪਤਾ ਕਿਹੜਾ ਹੈ? ਸਰਬ ਧਰਮ ਮਹਿ ਸ਼੍ਰੇਸ਼ਟ ਧਰਮ। ਅੱਗੇ ਕਿਹਾ ਜਾਂਦਾ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਗੁਣਾਂ ਨੂੰ ਜੀਵਨ ਦੇ ਵਿੱਚ ਜਪਣਾ ਹੈ, ਚੰਗੇ ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ ਹੈ। ਇਹਦਾ ਅਰਥ ਇਹ ਹੈ, ਕਿਉਂਕਿ ਜਿਹੜਾ ਬੰਦਾ ਚੰਗੇ ਗੁਣਾਂ ਨੂੰ ਜੀਵਨ ਵਿੱਚ ਅਪਣਾ ਲੈਂਦਾ ਹੈ ਨਾ, ਨਿਰਮਲ ਕਰਮ, ਮੈਲ ਤੋਂ ਰਹਿਤ ਕਰਮ ਉਹੀ ਕਰਦਾ ਹੈ ਆਪਣੇ ਜੀਵਨ ਦੇ ਵਿੱਚ। ਜਿਹਦੇ ਜੀਵਨ ਵਿੱਚ ਚੰਗੇ ਗੁਣ ਹੋਣਗੇ ਉਹੀ ਤੇ ਨਿਰਮਲ ਕਰਮ ਕਰੇਗਾ ਨਾ, ਮੈਲ ਤੋਂ ਰਹਿਤ ਕਰਮ ਕਰੇਗਾ ਨਾ। ਤੇ ਜਿਸ ਬੰਦੇ ਦੇ ਜੀਵਨ ਦੇ ਵਿੱਚ ਚੰਗੇ ਗੁਣ ਹੀ ਨਹੀਂ ਹੋਣਗੇ, ਉਹ ਮੈਲ ਤੋਂ ਰਹਿਤ ਕਰਮ ਕਿਵੇਂ ਕਰ ਲਏਗਾ? ਜਿਹਨੇ ਔਗਣ ਪਾਲੇ ਨੇ ਆਪਣੇ ਜੀਵਨ ਦੇ ਵਿੱਚ, ਉਹ ਤੇ ਕੰਮ ਵੀ ਤੇ ਔਗਣਾਂ ਵਾਲਾ ਹੀ ਕਰੇਗਾ ਨਾ। ਹੁਣ ਵੇਖੋ ਕਿੰਨੀ ਕਲੀਅਰ ਗੱਲ ਨਹੀਂ ਹੈ ਇੱਥੇ। ਇਹ ਗੱਲ ਕਹਿ ਦਿੱਤੀ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪ ਤੇ ਨਿਰਮਲ ਕਰਮ ਕਰ। ਨਾਮ ਜਪਣ ਦਾ ਅਰਥ ਕੀ ਹੈ? ਚੰਗੇ ਗੁਣਾਂ ਨੂੰ ਜੀਵਨ 'ਚ ਕਮਾ, ਸੰਤੋਖ ਨੂੰ ਲੈ ਕੇ ਆ, ਦਇਆ ਨੂੰ ਲੈ ਕੇ ਆ, ਧੀਰਜ ਨੂੰ ਲੈ ਕੇ ਆ, ਇਮਾਨਦਾਰੀ ਨੂੰ ਲੈ ਕੇ ਆ, ਨਿਮਰਤਾ ਨੂੰ ਲੈ ਕੇ ਆ। ਭਲਿਆ ਤੂੰ ਆਪਣੇ ਜੀਵਨ ਦੇ ਵਿੱਚ ਇਹ ਚੰਗੇ ਗੁਣ ਆਣਗੇ, ਤੇਰੇ ਕਰਮ ਆਪੇ ਹੀ ਨਿਰਮਲ ਹੋ ਜਾਣਗੇ। ਹੁਣ ਜਿਹੜਾ ਬੰਦਾ ਇਸ ਧਰਮ ਨੂੰ ਸਮਝ ਲੈਂਦਾ ਹੈ ਨਾ, ਤੇ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹਨੇ ਗੁਣਾਂ ਨੂੰ ਜੀਵਨ ਵਿੱਚ ਅਪਣਾ ਲਿਆ, ਨਿਰਮਲ ਕਰਮ ਉਹਨੇ ਕਰਨੇ ਸ਼ੁਰੂ ਕਰ ਦਿੱਤੇ, ਇਹ ਧਰਮ ਹੈ। ਜਿਸ ਬੰਦੇ ਨੇ ਨਿਰਮਲ ਕਰਮ ਕਰਨੇ ਸ਼ੁਰੂ ਕੀਤੇ, ਗੁਣਾਂ ਨੂੰ ਅਪਣਾਇਆ, ਅਸਲ ਦੇ ਵਿੱਚ ਉਹ ਧਰਮੀ ਹੈ। ਗੁਰਬਾਣੀ ਨੇ ਉਸ ਨੂੰ ਧਰਮੀ ਆਖਿਆ ਹੈ। ਹੋਰ ਗੁਰਬਾਣੀ ਨੇ ਕਿਸੇ ਨੂੰ ਵੀ ਧਰਮੀ ਨਹੀਂ ਆਖਿਆ, ਭਾਵੇਂ ਬਾਹਰੋਂ ਦੀ ਉਹਨੇ ਜਿੰਨਾ ਮਰਜ਼ੀ ਵਧੀਆ ਧਾਰਮਿਕ ਪਹਿਰਾਵਾ ਕਿਉਂ ਨਾ ਪਾਇਆ ਹੋਵੇ। ਜਿਹਨੂੰ ਧਾਰਮਿਕ ਪਹਿਰਾਵਾ ਕਿਹਾ ਜਾਂਦਾ ਕਿ ਇਹ ਧਾਰਮਿਕ ਪਹਿਰਾਵਾ ਹੁੰਦਾ, ਭਾਵੇਂ ਉਹ ਕਿਉਂ ਨਾ ਉਹਨੇ ਪਾਇਆ ਹੋਵੇ, ਪਰ ਜੇ ਅੰਦਰ ਚੰਗੇ ਗੁਣ ਨਹੀਂ ਹੈ, ਜੇ ਬੰਦੇ ਦੇ ਕਰਮ ਜਿਹੜੇ ਨੇ ਉਹ ਨਿਰਮਲ ਨਹੀਂ ਹੈਗੇ, ਤਾਂ ਗੁਰਬਾਣੀ ਨੇ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਵੀ ਭਲਿਆ ਤੂੰ ਅਜੇ ਤੱਕ ਧਰਮੀ ਹੋਇਆ ਨਹੀਂ, ਕਿਉਂਕਿ ਤੇਰੇ ਅੰਦਰ ਗੁਣ ਨਜ਼ਰ ਨਹੀਂ ਆ ਰਹੇ। ਤੇ ਜਿਹੜਾ ਭਗਤ ਨਾਮਦੇਵ ਜੀ ਦਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਨਾ, ਇਸ ਸ਼ਬਦ ਦੇ ਵਿੱਚ ਵੀ ਇਹੀ ਗੱਲ ਸਾਡੇ ਸਾਹਮਣੇ ਬੜੇ ਸੌਖੇ ਢੰਗ ਦੇ ਨਾਲ ਕਲੀਅਰ ਕਰਕੇ ਰੱਖੀ ਗਈ ਹੈ। 5 ਐਗਜ਼ਾਮਪਲਸ ਦਿੱਤੀਆਂ ਨੇ। 5 ਐਗਜ਼ਾਮਪਲ ਦੇ ਕੇ ਇਹ ਗੱਲ ਸਾਨੂੰ ਸਮਝਾਈ ਗਈ ਹੈ ਕਿ ਭਲਿਆ ਧਰਮੀ ਹੋਣਾ ਕਿਸੇ ਪਖੰਡ ਦਾ ਨਾਮ ਨਹੀਂ ਹੈ। ਧਰਮੀ ਹੋਣਾ ਗੁਣਾਂ ਨੂੰ ਕਮਾਉਣ ਦਾ ਨਾਮ ਹੈ। ਜਿਸ ਨੇ ਗੁਣਾਂ ਨੂੰ ਕਮਾਇਆ ਹੈ ਉਹ ਅਸਲ ਦੇ ਵਿੱਚ ਧਰਮੀ ਹੈ। ਉਸ ਨੇ ਸਿਮਰਨ ਕੀਤਾ ਹੈ, ਉਸ ਨੇ ਨਾਮ ਜਪਿਆ ਹੈ, ਉਸ ਨੇ ਭਗਤੀ ਕੀਤੀ ਹੈ। ਜਿਹਨੇ ਗੁਣਾਂ ਨੂੰ ਕਮਾਇਆ, ਜਿਹਨੇ ਗੁਣਾਂ ਨੂੰ ਨਹੀਂ ਕਮਾਇਆ ਉਹਨੇ ਕੱਖ ਨਹੀਂ ਕੀਤਾ ਆਪਣੇ ਜੀਵਨ ਦੇ ਵਿੱਚ।
ਤਾਈਓ ਬਾਣੀ ਦੇ ਵਿੱਚ ਇਹ ਵਾਕ ਵੀ ਆਇਆ ਨਾ, ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ। ਕਹਿੰਦੇ ਨੇ ਗੁਣਾਂ ਨੂੰ ਕਹਿਣਾ ਹੈ। ਗੁਣਾਂ ਨੂੰ ਕਹਿਣ ਦਾ ਅਰਥ ਕੀ ਹੈ? ਹੁਣ ਜ਼ੁਬਾਨ ਤੋਂ ਕੇਵਲ ਸੰਤੋਖ ਸੰਤੋਖ ਥੋੜੀ ਨਾ ਬੋਲੀ ਜਾਣਾ, ਜਾਂ ਦਇਆ ਦਇਆ ਥੋੜੀ ਨਾ ਬੋਲੀ ਜਾਣਾ। ਗੁਣ ਕਹਿਣ ਦਾ ਅਰਥ ਕੀ ਹੈ? ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ, ਇਸ ਤਰੀਕੇ ਦੇ ਨਾਲ ਇਵ ਹਰ ਹਰ ਨਾਮ ਧਿਆਈ। ਇੱਥੇ ਵੇਖੋ ਕਿੰਨੇ ਸੋਹਣੇ ਢੰਗ ਨਾਲ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਨਾਮ ਜਪਣ ਦਾ ਅਰਥ, ਨਾਮ ਸਿਮਰਨ ਕਰਨ ਦਾ ਅਰਥ, ਭਗਤੀ ਕਰਨ ਦਾ ਅਰਥ ਕੀ ਹੈ? ਗੁਣਾਂ ਨੂੰ ਜੀਵਨ ਦੇ ਵਿੱਚ ਕਮਾ ਲੈਣਾ, ਸੰਤੋਖ ਨੂੰ ਜੀਵਨ ਦੇ ਵਿੱਚ ਕਮਾਉਣਾ, ਦਇਆ ਨੂੰ ਜੀਵਨ ਦੇ ਵਿੱਚ ਕਮਾਉਣਾ, ਨਿਮਰਤਾ ਨੂੰ ਜੀਵਨ ਦੇ ਵਿੱਚ ਕਮਾਉਣਾ। ਤੇ ਜਿਹੜਾ ਭਗਤ ਨਾਮਦੇਵ ਜੀ ਦਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾ, ਉਹਦੇ ਵਿੱਚ ਇਸੇ ਗੱਲ ਨੂੰ ਹੋਰ ਖੋਲ ਕੇ ਸਮਝਾ ਦਿੱਤਾ ਗਿਆ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਜਦੋਂ ਜੀ ਨਾਮ ਜਪਣ ਦੀ ਗੱਲ ਆਉਂਦੀ ਹੈ, ਨਾਮ ਸਿਮਰਨ ਦੀ ਗੱਲ ਆਉਂਦੀ ਹੈ, ਤੇ ਬੰਦੇ ਨੂੰ ਸਾਰਾ ਕੁਝ ਛੱਡਣਾ ਪਵੇਗਾ। ਭਾਵ ਬੰਦਾ ਜਿਹੜਾ ਆਪਣਾ ਕੰਮ ਕਾਜ ਕਰਦਾ ਹੈ ਉਹਨੂੰ ਛੱਡਣਾ ਪਵੇਗਾ, ਕੋਈ ਨੌਕਰੀ ਛੱਡਣੀ ਪਏਗੀ, ਬਿਜ਼ਨਸ ਨੂੰ ਛੱਡਣਾ ਪਏਗਾ, ਜਾਂ ਫਿਰ ਬੰਦਾ ਸਾਰਾ ਦਿਨ ਜਦੋਂ ਕੰਮ ਕਰਕੇ ਆਇਆ ਹੈ ਤੇ ਥੱਕਿਆ ਟੁੱਟਿਆ ਪਿਆ ਹੈ, ਤੇ ਉਹ ਬੰਦਾ ਇਹ ਵੀ ਕਹਿੰਦਾ ਨਾ, ਵੇਖੋ ਜੀ ਸਾਨੂੰ ਤੇ ਭਗਤੀ ਕਰਨ ਦਾ ਟਾਈਮ ਹੀ ਨਹੀਂ ਮਿਲਦਾ, ਅਸੀਂ ਤੇ ਕੰਮ ਕਾਜੀ ਲੋਕ ਹਾਂ। ਠੀਕ ਹੈ ਨਾ, ਇੱਦਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ। ਸਾਡੇ ਕੋਲ ਤੇ ਜੀ ਟਾਈਮ ਹੀ ਨਹੀਂ ਲੱਗਦਾ ਜੀ, ਕਦੋਂ ਕਰੀਏ ਭਗਤੀ, ਕਦੋਂ ਨਾਮ ਜਪੀਏ, ਸਾਡੇ ਕੋਲ ਤੇ ਟਾਈਮ ਹੀ ਨਹੀਂ ਲੱਗਦਾ। ਤੇ ਜਿਸ ਬੰਦੇ ਨੂੰ ਇਹ ਗੱਲ ਸਮਝ ਆ ਜਾਵੇ ਕਿ ਨਾਮ ਜਪਣ ਦਾ ਅਰਥ ਜਿਹੜਾ ਹੈ ਉਹ ਹੈ ਗੁਣਾਂ ਨੂੰ ਜੀਵਨ ਦੇ ਵਿੱਚ ਕਮਾਉਣਾ, ਦੱਸੋ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੈ? ਉਹ ਬੰਦਾ ਇਹ ਗੱਲ ਕਹਿ ਸਕਦਾ ਕਿ ਵੇਖੋ ਜੀ ਅਸੀਂ ਤੇ ਕੰਮ ਤੇ ਜਾਂਦੇ ਹਾਂ, ਅਸੀਂ ਕਿਵੇਂ ਜਪੀਏ, ਸਾਡੇ ਕੋਲ ਤੇ ਟਾਈਮ ਹੀ ਨਹੀਂ ਹੈ। ਕਿਉਂਕਿ ਗੁਰਬਾਣੀ ਵਿੱਚ ਕੋਈ ਖਾਸ ਸਮਾਂ ਕੱਢ ਕੇ ਨਾਮ ਜਪਣ ਦੀ ਗੱਲ ਤੇ ਕੀਤੀ ਨਹੀਂ ਨਾ ਗਈ। ਇੱਥੇ ਤੇ 8 ਪਹਿਰ ਸਾਲਾਹੇ ਸਿਰਜਣਹਾਰ ਤੂੰ ਦੀ ਗੱਲ ਹੈ। ਠੀਕ ਹੈ ਨਾ, ਇੱਥੇ ਤੇ 8 ਪਹਿਰ ਦੀ ਗੱਲ ਹੈ, 24 ਦੇ 24 ਘੰਟਿਆਂ ਦੀ ਗੱਲ ਹੈ ਕਿ ਭਲਿਆ ਸਵਾਸ ਸਵਾਸ ਸਾਸ ਸਾਸ ਸਿਮਰੋ ਗੋਬਿੰਦ। ਇੱਥੇ ਤੇ ਸਵਾਸ ਸਵਾਸ ਦੀ ਗੱਲ ਹੈ, ਹਰ ਪਲ ਦੀ, ਹਰ ਸਮੇਂ ਦੀ, ਹਰ ਸੈਕਿੰਡ ਦੀ ਗੱਲ ਹੈ ਕਿ ਤੂੰ ਨਾਮ ਜਪਣਾ ਹੈ। ਤੇ ਜਿਸ ਬੰਦੇ ਨੂੰ ਇਹ ਗੱਲ ਸਮਝ ਆ ਜਾਵੇ ਕਿ ਮੈਂ ਆਪਣੇ ਜੀਵਨ ਵਿੱਚ ਗੁਣਾਂ ਨੂੰ ਕਮਾ ਰਿਹਾ ਤੇ ਮੈਂ ਨਾਮ ਜਪਦਾ ਪਿਆ ਵਾਂ, ਉਸ ਬੰਦੇ ਨੂੰ ਇਹ ਟੈਨਸ਼ਨ ਹੋਏਗੀ ਕਿ ਮੈਂ ਜੀ ਸਪੈਸ਼ਲ ਸਮਾਂ ਕੱਢਾਂ ਤੇ ਫਿਰ ਮੈਂ ਨਾਮ ਜਪਾਂਗਾ। ਉਹ ਬੰਦਾ ਤੇ ਟਾਈਮ ਕੱਢੇ ਭਾਵੇਂ ਨਾ ਕੱਢੇ ਸਪੈਸ਼ਲੀ, ਪਰ ਉਹ ਫਿਰ ਵੀ ਨਾਮ ਨਾਲ ਜੁੜਿਆ ਹੋਇਆ ਹੈ, ਉਹ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ, ਉਹ ਨਾਮ ਜਪਦਾ ਪਿਆ ਹੈ, ਹਰ ਵੇਲੇ ਜਪਦਾ ਪਿਆ ਹੈ। ਭਗਤ ਕਬੀਰ ਜੀ ਦੇ ਨਾ 2 ਸ਼ਲੋਕ ਆਉਂਦੇ ਨੇ। ਭਗਤ ਕਬੀਰ ਜੀ 2 ਸ਼ਲੋਕਾਂ ਦੇ ਵਿੱਚ ਬੜੀ ਕਮਾਲ ਦੀ ਗੱਲ ਸਾਡੇ ਸਾਹਮਣੇ ਰੱਖਦੇ ਨੇ। ਉਹਨਾਂ ਨੇ ਉਦਾਹਰਣ ਲਈ ਹੈ ਭਗਤ ਨਾਮਦੇਵ ਜੀ ਦੀ ਤੇ ਭਗਤ ਤ੍ਰਿਲੋਚਨ ਜੀ ਦੀ। ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਨੇ, ਤੇ ਉਹਨਾਂ ਦੀ ਐਗਜ਼ਾਮਪਲ ਲੈ ਕੇ ਭਗਤ ਕਬੀਰ ਜੀ ਨੇ ਆਪਣੇ 2 ਸ਼ਲੋਕ ਜਿਹੜੇ ਨੇ ਉਚਾਰਨ ਕੀਤੇ ਨੇ। ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ। ਨਾਮਦੇਵ ਜੀ ਦੇ ਕੋਲ ਭਗਤ ਤ੍ਰਿਲੋਚਨ ਜੀ ਗਏ ਨੇ, ਤੇ ਉਸ ਸਮੇਂ ਭਗਤ ਨਾਮਦੇਵ ਜੀ ਆਪਣਾ ਕੰਮ ਕਰਦੇ ਪਏ ਨੇ। ਹੁਣ ਜਦੋਂ ਆਪਣਾ ਕੰਮ ਕਰ ਰਹੇ ਨੇ, ਆਪਣੀ ਕਿਰਤ ਕਰਦੇ ਪਏ ਨੇ, ਭਗਤ ਤ੍ਰਿਲੋਚਨ ਜੀ ਵੇਖਦੇ ਨੇ ਉਹਨਾਂ ਦੇ ਵੱਲ ਕਿ ਇਹ ਤੇ ਆਪਣਾ ਕੰਮ ਕਾਜ ਕਰਦੇ ਪਏ ਨੇ, ਬੜੇ ਰੁੱਝੇ ਹੋਏ ਨੇ, ਬੜੇ ਬਿਜ਼ੀ ਨੇ। ਤੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ, ਜੇ ਇਹ ਕੰਮ ਕਾਜ ਕਰੀ ਜਾਂਦੇ ਨੇ ਤੇ ਨਾਮ ਕਦੋਂ ਜਪਦੇ ਹੋਣਗੇ, ਇਹ ਨਾਮ ਸਿਮਰਨ ਕਦੋਂ ਕਰਦੇ ਹੋਣਗੇ, ਭਗਤੀ ਕਦੋਂ ਕਰਦੇ ਹੋਣਗੇ? ਤੇ ਉਹ ਜਾ ਕੇ ਨਾ ਇਹ ਗੱਲ ਕਹਿੰਦੇ ਨੇ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ, ਨਾਮਾ ਮਾਇਆ ਮੋਹਿਆ, ਹੇ ਨਾਮਦੇਵ ਜੀ ਤੁਸੀਂ ਤੇ ਮਾਇਆ ਦੇ ਵਿੱਚ ਫਸੇ ਹੋਏ ਹੋ, ਕਿਉਂਕਿ ਇਹ ਕੰਮ ਕਾਜ ਕਰਦੇ ਹੋਏ ਵੇਖਿਆ। ਭਗਤ ਤ੍ਰਿਲੋਚਨ ਜੀ ਨੂੰ ਲੱਗਦਾ ਹੈ ਕਿ ਇਹ ਜਿਹੜਾ ਕੰਮ ਕਾਜ ਕਰ ਰਹੇ ਨੇ ਇਹ ਤੇ ਮਾਇਆ ਹੈ, ਕਿਉਂਕਿ ਅਜੇ ਗਿਆਨ ਨਹੀਂ ਹੈ ਨਾ ਉਹਨਾਂ ਦੇ ਕੋਲ, ਸੱਚ ਦਾ ਗਿਆਨ ਨਹੀਂ ਹੈ। ਇਹ ਸੱਚ ਦਾ ਗਿਆਨ ਆਉਣ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਭਗਤ ਤ੍ਰਿਲੋਚਨ ਜੀ ਇਹ ਗੱਲ ਭਗਤ ਨਾਮਦੇਵ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਤਾਂ ਮਾਇਆ ਦੇ ਵਿੱਚ ਮੋਏ ਹੋਏ ਹੋ। ਪਰ ਆਪਾਂ ਵਿਚਾਰਿਆ ਸੀਗਾ ਕਿ ਕੰਮ ਕਾਜ, ਬਿਜ਼ਨਸ ਕਰਨਾ, ਨੌਕਰੀ ਕਰਨਾ, ਇਸ ਨੂੰ ਮਾਇਆ ਨਹੀਂ ਕਿਹਾ ਗਿਆ। ਅਸਲ ਦੇ ਵਿੱਚ ਭੈੜੇ ਵਿਚਾਰਾਂ ਨੂੰ ਜੀਵਨ ਦੇ ਵਿੱਚ ਕਮਾਉਣ ਨੂੰ ਮਾਇਆ ਕਿਹਾ ਗਿਆ ਹੈ। ਜਿਹੜਾ ਬੰਦਾ ਭੈੜੇ ਵਿਚਾਰ ਕਮਾ ਰਿਹਾ ਹੈ ਨਾ ਆਪਣੇ ਜੀਵਨ ਦੇ ਵਿੱਚ, ਉਹ ਮਾਇਆ ਦੇ ਵਿੱਚ ਫਸਿਆ ਹੋਇਆ।
ਪਰ ਜਿਹੜਾ ਬੰਦਾ ਇਮਾਨਦਾਰੀ ਨਾਲ ਆਪਣਾ ਕੰਮਕਾਜ ਕਰਦਾ ਪਿਆ, ਨੌਕਰੀ ਕਰ ਰਿਹਾ, ਬਿਜ਼ਨਸ ਕਰ ਰਿਹਾ, ਉਹ ਥੋੜੀ ਨਾ ਮਾਇਆ ਦੇ ਵਿੱਚ ਫਸਿਆ ਹੋਇਆ। ਪਰ त्रिलोचन जी ਕਹਿੰਦੇ ਨੇ ਨਾਮਾ ਮਾਇਆ ਮੋਹਿਆ, ਉਹਨਾਂ ਨੂੰ ਲੱਗਦਾ ਜੀ ਇਹ ਮਾਇਆ ਹੀ ਹੈ ਕੰਮਕਾਜ ਕਰਨਾ। ਨਾਮਾ ਮਾਇਆ ਮੋਹਿਆ ਕਹੈ त्रिलोचन ਮੀਤ, त्रिलोचन ਮਿੱਤਰ ਇਹ ਗੱਲ ਕਹਿੰਦਾ ਹੈ ਭਗਤ ਨਾਮਦੇਵ ਜੀ ਨੂੰ, ਤੁਸੀਂ ਮਾਇਆ ਦੇ ਵਿੱਚ ਮੋਹੇ ਹੋਏ ਹੋ, ਮਾਇਆ ਦੇ ਵਿੱਚ ਫਸੇ ਹੋਏ ਹੋ। ਕਾਹੇ ਛੀਪੋ ਛਾਇਲ ਹੈ ਰਾਮ ਨਾ ਲਾਵੋ ਚੀਤ, ਤੁਸੀਂ ਤਾਂ ਬਸ ਆਪਣਾ ਕੰਮਕਾਜ ਹੀ ਕਰੀ ਜਾਂਦੇ ਹੋ, ਤੁਸੀਂ ਰਾਮ ਦੇ ਵਿੱਚ ਆਪਣਾ ਚਿੱਤ ਹੀ ਨਹੀਂ ਲਾਉਂਦੇ। ਹੁਣ ਇਹ ਗੱਲ ਕਹੀ त्रिलोचन जी ने नामदेव जी ਨੂੰ। ਅੱਗੇ नामदेव जी ਕੀ ਕਹਿੰਦੇ ਨੇ, ਨਾਮਾ ਕਹੈ त्रिलोचना ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ। ਹੱਥ ਤੇ ਪੈਰ, ਪਾਉ ਦਾ ਅਰਥ ਹੈ ਪੈਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਮੇਰੇ ਹੱਥ ਪੈਰ ਕੰਮ ਕਰਦੇ ਪਏ ਨੇ, ਪਰ ਕਹਿੰਦੇ ਨੇ ਮੇਰਾ ਚਿੱਤ ਜਿਹੜਾ ਹੈ, ਮੇਰੀ ਸੁਰਤ ਜਿਹੜੀ ਹੈ, ਮੇਰਾ ਦਿਮਾਗ ਜਿਹੜਾ ਹੈ, ਉਹ ਤੇ ਕਿੱਥੇ ਹੈ, ਉਹ ਗੁਣਾਂ ਵਾਲੇ ਪਾਸੇ ਨੂੰ ਲੱਗਾ ਹੋਇਆ ਹੈ। ਨਾਮਾ ਕਹੈ त्रिलोचना ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਿਰੰਜਨ ਤੋਂ ਭਾਵ ਕੀ ਹੈ, ਚੰਗੇ ਗੁਣ। ਇਹ ਗੁਣ ਕੀ ਨੇ, ਮਾਇਆ ਦੀ ਕਾਲਖ ਤੋਂ ਰਹਿਤ ਨੇ। ਮੇਰਾ ਚਿੱਤ ਜਿਹੜਾ ਹੈ ਨਾ, ਉਹ ਤਾਂ ਗੁਣਾਂ ਵਾਲੇ ਪਾਸੇ ਨੂੰ ਹੀ ਲੱਗਾ ਹੋਇਆ ਹੈ, ਮੇਰਾ ਚਿੱਤ ਕਿਤੇ ਹੋਰ ਨਹੀਂ ਹੈ। ਇਹ ਨੁਕਤਾ ਜੇ ਸਾਨੂੰ ਸਮਝ ਆ ਜਾਵੇ ਨਾ ਕਿ ਹੱਥ ਪੈਰ ਕੰਮ ਕਰਦੇ ਹੋਣ ਤੇ ਚਿੱਤ ਗੁਣਾਂ ਦੇ ਵਿੱਚ ਹੋਵੇ, ਸੱਚ ਕਰਕੇ ਜਾਣਿਓ ਬੰਦਾ ਜ਼ਿੰਦਗੀ ਦੇ ਵਿੱਚ ਕਦੀ ਕੋਈ ਗਲਤ ਕੰਮ ਨਹੀਂ ਜੇ ਕਰੇਗਾ। ਕੋਈ ਬੇਈਮਾਨੀ, ਕੋਈ ਠੱਗੀ, ਕੋਈ ਫਰਾਡ, ਕੋਈ ਧੋਖਾ ਬੰਦਾ ਕਰ ਹੀ ਨਹੀਂ ਸਕਦਾ ਜੇ ਉਹਦਾ ਚਿੱਤ ਗੁਣਾਂ ਵਾਲੇ ਪਾਸੇ ਨੂੰ ਹੋਵੇਗਾ। ਬੰਦਾ ਕੋਈ ਵੀ ਕੰਮ ਕਰ ਰਿਹਾ, ਨੌਕਰੀ ਕਰ ਰਿਹਾ ਤੇ ਪੂਰੀ ਇਮਾਨਦਾਰੀ ਨਾਲ ਕਰੇਗਾ, ਬਿਜ਼ਨਸ ਕਰ ਰਿਹਾ ਤੇ ਪੂਰੀ ਇਮਾਨਦਾਰੀ ਨਾਲ ਕਰੇਗਾ, ਦੁਨੀਆ ਦੇ ਵਿੱਚ ਕੋਈ ਵੀ ਕੰਮ ਕਰਦਾ ਪਿਆ ਤੇ ਬੜੀ ਇਮਾਨਦਾਰੀ ਨਾਲ ਕਰੇਗਾ। ਉੱਥੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਵੀ ਕੋਈ ਧੋਖਾ ਜਿਹੜਾ ਹੈ ਉਹ ਬੰਦਾ ਨਹੀਂ ਦੇ ਸਕਦਾ ਜੇ ਚਿੱਤ ਗੁਣਾਂ ਵਿੱਚ ਜੁੜਿਆ ਹੋਵੇ। ਅੱਜ ਪ੍ਰੋਬਲਮ ਪਤਾ ਕੀ ਹੈ, ਅੱਜ ਬੰਦਾ ਸਪੈਸ਼ਲੀ ਸਮਾਂ ਕੱਢ ਕੇ ਨਾਮ ਜਪਦਾ ਹੈ, ਟਾਈਮ ਕੱਢ ਰਿਹਾ ਹੈ, ਸਮਾਧੀ ਲਾ ਰਿਹਾ ਹੈ, ਕਿਸੇ ਅੱਖਰ ਦਾ ਜਾਪ ਕਰ ਰਿਹਾ, ਮਾਲਾ ਜਿਹੜੀ ਉਹਦੇ ਮਣਕੇ ਸੁੱਟ ਕੇ ਮਾਲਾ ਦੇ ਨਾਲ ਨਾਮ ਜਪਦਾ ਪਿਆ। ਇਹ ਸਾਰਾ ਕੁਝ ਹੋ ਰਿਹਾ ਸਪੈਸ਼ਲੀ ਟਾਈਮ ਕੱਢ ਕੇ। ਪਰ ਜਦੋਂ ਇਹ ਕੰਮ ਹੋ ਜਾਂਦਾ ਹੈ, ਬੰਦੇ ਨੂੰ ਲੱਗਦਾ ਹੁਣ ਮੈਂ ਧਰਮੀ ਹੋ ਗਿਆ, ਠੀਕ ਹੈ ਜੀ। ਫਿਰ ਬੰਦਾ ਜਦੋਂ ਆਪਣੇ ਕੰਮ ਤੇ ਜਾਂਦਾ ਹੈ, ਕੋਈ ਨੌਕਰੀ ਕਰਦਾ, ਬਿਜ਼ਨਸ ਕਰਦਾ, ਉੱਥੇ ਚੱਲਣ ਦੇ ਠੱਗੀਆਂ, ਚੱਲਣ ਦੇ ਬੇਈਮਾਨੀਆਂ, ਉੱਥੇ ਧੋਖੇ ਧੜੀਆਂ ਸਭ ਚੱਲਣ ਦੇ ਉੱਥੇ। ਇਹ ਬੰਦੇ ਦਾ ਹਾਲ ਹੈ ਤੇ ਇਸ ਨੂੰ ਧਰਮੀ ਕਿਹਾ ਹੀ ਨਹੀਂ। ਐਸੇ ਬੰਦੇ ਨੂੰ ਗੁਰਬਾਣੀ ਨੇ ਧਰਮੀ ਕਿਹਾ ਹੀ ਨਹੀਂ। ਗੁਰਬਾਣੀ ਨੇ ਤਾਂ ਉਸ ਨੂੰ ਧਰਮੀ ਕਿਹਾ ਜਿਹੜਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਿਹਦੇ ਹੱਥ ਪੈਰ ਕੰਮ ਕਰਦੇ ਹੋਣ ਤੇ ਚਿੱਤ ਗੁਣਾਂ ਵਿੱਚ ਜੁੜਿਆ ਹੋਵੇ। ਗੱਲ ਉਹਦੀ ਹੋ ਰਹੀ ਹੈ। ਭਗਤ ਨਾਮਦੇਵ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਐਸੀ ਹੀ ਕੁਝ ਗੱਲ ਸਮਝਾਈ। 5 ਉਦਾਹਰਨਾਂ ਦਿੱਤੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸ਼ਬਦ ਨੂੰ ਸਮਝਣ ਤੋਂ ਬਾਅਦ ਕਿਸੇ ਨੂੰ ਫਿਰ ਦੂਜੇ ਪਾਸੇ ਨੂੰ ਜਾਣਾ ਚਾਹੀਦਾ ਹੈ। ਜੋ ਦੁਨੀਆ ਦੇ ਲੋਕ ਸਮਝਾ ਰਹੇ ਨੇ ਉਹਨਾਂ ਗੱਲਾਂ ਨੂੰ ਮੰਨਣਾ ਚਾਹੀਦਾ ਤੇ ਆਪਣੇ ਆਪ ਨੂੰ ਖੁਆਰ ਕਰਨਾ ਚਾਹੀਦਾ। ਜੇ ਭਗਤ ਨਾਮਦੇਵ ਜੀ ਦਾ ਇਹ ਨੁਕਤਾ ਅਸੀਂ ਸਮਝ ਲਈਏ ਨਾ, ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਗੌਰ ਕਰਿਓ ਕੀ ਕਹਿੰਦੇ ਨੇ ਭਗਤ ਨਾਮਦੇਵ ਜੀ। ਕਹਿੰਦੇ ਨੇ ਮਨ ਰਾਮ ਨਾਮਾ ਬੇਦੀਅਲੇ। ਬੇਦੀਅਲੇ ਦਾ ਮਤਲਬ ਹੁੰਦਾ ਹੈ ਖੁਬਿਆ ਹੋਇਆ, ਵਿਝਿਆ ਹੋਇਆ। ਕਹਿੰਦੇ ਨੇ ਰਾਮ ਨਾਮ ਦੇ ਵਿੱਚ ਮੇਰਾ ਮਨ ਜਿਹੜਾ ਹੈ ਨਾ ਉਹ ਵਿਝਿਆ ਹੋਇਆ, ਖੁਬਿਆ ਹੋਇਆ। ਹੁਣ ਅਸੀਂ ਹੁਣੇ ਸਮਝ ਕੇ ਹਟੇ ਹਾਂ ਕਿ ਨਾਮ ਕੀ ਹੈ, ਚੰਗੇ ਗੁਣ। ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਨਾ ਉਹ ਚੰਗੇ ਗੁਣਾਂ ਦੇ ਵਿੱਚ ਖੁਬਿਆ ਪਿਆ ਹੈ, ਭਾਵ ਚੰਗੇ ਗੁਣਾਂ ਦੇ ਨਾਲ ਮੇਰੇ ਮਨ ਦੀ ਸਾਂਝ ਜਿਹੜੀ ਹੈ ਉਹ ਪਈ ਹੋਈ ਹੈ। ਮਨ ਕੀ ਹੈ? ਜਿਹੜੇ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਉਹਨਾਂ ਦੇ ਸੰਗ੍ਰਹਿ ਨੂੰ ਮਨ ਕਿਹਾ ਜਾਂਦਾ ਹੈ। ਭਾਵ ਮੇਰੇ ਵਿਚਾਰ ਜਿਹੜੇ ਨੇ ਨਾ ਉਹ ਗੁਣਾਂ ਦੇ ਨਾਲ ਇੱਕ-ਮਿਕ ਹੋਏ ਹੋਏ ਨੇ। ਆਹ ਨੇ ਗੁਣ, ਆਹ ਨੇ ਮੇਰੇ ਵਿਚਾਰ, ਇਹ ਇੱਕ-ਮਿਕ ਹੋ ਗਏ ਨੇ। ਮੇਰੇ ਵਿਚਾਰਾਂ ਦੇ ਵਿੱਚ ਗੁਣ ਹੀ ਗੁਣ ਨੇ ਤੇ ਜਿਸ ਬੰਦੇ ਦੇ ਵਿਚਾਰਾਂ ਦੇ ਵਿੱਚ ਗੁਣ ਹੀ ਗੁਣ ਹੋਣਗੇ ਉਹ ਤਾਂ ਫਿਰ ਹਰ ਜਗ੍ਹਾ ਗੁਣਾਂ ਵਾਲੇ ਕੰਮ ਹੀ ਕਰੇਗਾ। ਉਹ ਬੋਲੇਗਾ ਤੇ ਗੁਣ ਝਲਕਣਗੇ, ਉਹ ਵੇਖੇਗਾ ਤੇ ਗੁਣ ਝਲਕਣਗੇ, ਉਹ ਸੁਣੇਗਾ ਤੇ ਗੁਣ ਝਲਕਣਗੇ, ਉਹ ਹੱਥਾਂ ਦੇ ਨਾਲ ਕੋਈ ਕੰਮ ਕਰੇਗਾ ਤੇ ਗੁਣ ਝਲਕਣਗੇ। ਉਹਦੀ ਜ਼ਿੰਦਗੀ ਦੇ ਵਿੱਚੋਂ ਗੁਣ ਝਲਕਾਂ ਮਾਰਨ ਲੱਗ ਪੈਂਦੇ ਨੇ। ਫਿਰ ਭਾਵ ਉਹਦੇ ਹਰ ਕੰਮ ਦੇ ਵਿੱਚ ਗੁਣ ਹੀ ਗੁਣ ਨੇ। ਫਿਰ ਜੀਵਨ ਸਵਰ ਜਾਂਦਾ ਹੈ। ਤਾਂ ਨਾਮਦੇਵ ਜੀ ਕਹਿੰਦੇ ਮੇਰਾ ਮਨ ਗੁਣਾਂ ਦੇ ਵਿੱਚ ਇੱਕ ਮਿਕ ਹੋਇਆ ਹੈ। ਮਨ ਰਾਮ ਨਾਮਾ ਬੇਦੀਅਲੇ। ਐਗਜ਼ਾਮਪਲ ਦਿੱਤੀ ਹੈ, ਪਹਿਲੀ ਐਗਜ਼ਾਮਪਲ, ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਕਹਿੰਦੇ ਜਿਵੇਂ ਸੁਨਿਆਰਾ, ਪੁਰਾਣੇ ਸਮੇਂ ਦੀ ਉਦਾਹਰਣ ਹੈ। ਸੁਨਿਆਰਾ ਜਿਹੜਾ ਹੈ ਉਹਨੇ ਕੁਠਾਲੀ ਦੇ ਵਿੱਚ ਸੋਨਾ ਪਾਇਆ ਹੋਇਆ ਹੈ।
ਤੇ ਆਪਣਾ ਕੰਮ ਜਿਹੜਾ ਹੈ ਨਾ ਉਹ ਕਰਨ ਵਾਸਤੇ ਲੱਗਾ ਹੋਇਆ। ਉਹਦਾ ਧਿਆਨ ਕਿੱਥੇ ਹੈ? ਕੁਠਾਲੀ ਵਾਲੇ ਪਾਸੇ ਨੂੰ। ਸੋਨਾ ਪਾਇਆ ਹੋਇਆ ਉਹਨੇ ਉਹਦੇ ਵਿੱਚ। ਹੁਣ ਉਹਦਾ ਧਿਆਨ ਉੱਥੇ ਹੈ। ਉਹਦੇ ਕੋਲ ਗਾਹਕ ਆਏ ਉਸ ਸੁਨਿਆਰੇ ਦੇ ਕੋਲ। ਹੁਣ ਗਾਹਕਾਂ ਦੀ ਗੱਲਬਾਤ ਸੁਣਦਾ ਪਿਆ, ਜਵਾਬ ਵੀ ਦੇ ਰਿਹਾ ਉਹਨਾਂ ਨੂੰ, ਠੀਕ ਹੈ। ਪਰ ਉਹਦਾ ਧਿਆਨ ਜਿਹੜਾ ਹੈ ਨਾ ਉਹ ਫਿਰ ਵੀ ਕਿੱਥੇ ਹੈ? ਕੁਠਾਲੀ ਵਾਲੇ ਪਾਸੇ ਹੈ। ਗਾਹਕਾਂ ਦੇ ਨਾਲ ਗੱਲਬਾਤ ਵੀ ਕਰੀ ਜਾਂਦਾ ਹੈ, ਕੁਠਾਲੀ ਵਾਲੇ ਪਾਸੇ ਵੀ ਆਪਣਾ ਧਿਆਨ ਉਹਨੇ ਲਾਇਆ ਹੋਇਆ। ਇਹ ਪਹਿਲੀ ਉਦਾਹਰਨ ਦਿੱਤੀ। ਕਹਿੰਦੇ ਭਲਿਆ ਇਸੇ ਤਰੀਕੇ ਦੇ ਨਾਲ ਤੂੰ ਵੀ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਗੱਲਾਂ ਬਾਤਾਂ ਕਰਨੀਆਂ ਨੇ ਸਭਨਾਂ ਦੇ ਨਾਲ, ਪਰ ਤੇਰਾ ਧਿਆਨ ਜਿਹੜਾ ਹੋਣਾ ਚਾਹੀਦਾ ਨਾ ਗੱਲਾਂ ਕਰਦਿਆਂ ਹੋਇਆਂ ਵੀ, ਉਹ ਕਿੱਥੇ ਹੋਣਾ ਚਾਹੀਦਾ? ਗੁਣਾਂ ਵਾਲੇ ਪਾਸੇ ਨੂੰ। ਜਦੋਂ ਇਸ ਜ਼ੁਬਾਨ ਤੋਂ ਕੁਝ ਬੋਲਦਾ ਪਿਆ ਤੇ ਸੋਚ ਕੇ ਬੋਲੀ, ਗੁਣਾਂ ਦੇ ਅਨੁਸਾਰ ਹੀ ਬੋਲੀ। ਕੁਝ ਐਸਾ ਨਾ ਬੋਲ ਬੈਠੀ ਕਿ ਬਾਅਦ ਵਿੱਚ ਪੰਗਾ ਪੈ ਜਾਵੇ। ਭਾਵ ਕਿਸੇ ਨੂੰ ਕਬੂਲ ਨਾ ਬੋਲ ਦਈ, ਕਿਸੇ ਨੂੰ ਗਲਤ ਨਾ ਬੋਲ ਦਈ, ਕਿਸੇ ਨਾਲ ਭੈੜੇ ਤਰੀਕੇ ਦੇ ਨਾਲ ਗੱਲਬਾਤ ਨਾ ਕਰ ਬੈਠੀ। ਧਿਆਨ ਗੁਣਾਂ ਵਾਲੇ ਪਾਸੇ ਨੂੰ ਰੱਖੀ। ਇਸ ਵਿਚਾਰ ਨੂੰ ਚੇਤੇ ਰੱਖੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਇੱਥੇ ਮਿੱਠ ਬੋਲੜੇ ਦੀ ਗੱਲ ਹੈ। ਤੇਰੀ ਜ਼ੁਬਾਨ ਦੇ ਉੱਤੇ ਜਿਹੜੇ ਬੋਲ ਹੋਣ ਉਹ ਵਧੀਆ ਹੋਣੇ ਚਾਹੀਦੇ ਨੇ, ਚੰਗੇ ਹੋਣੇ ਚਾਹੀਦੇ ਨੇ। ਚਿੱਤ ਗੁਣਾਂ ਵਾਲੇ ਪਾਸੇ ਨੂੰ। ਪਹਿਲੀ ਉਦਾਹਰਨ ਹੋ ਗਈ। ਹੁਣ ਦੂਸਰੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਆਨੀਲੇ ਕਾਗਦ ਕਾਟੀਲੇ ਗੂਡੀ। ਅੱਜ ਤੇ ਜਿਵੇਂ ਪਤੰਗਾਂ ਜਿਹੜੀਆਂ ਨੇ ਉਹ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ। ਕਾਈਟ ਦੀ ਗੱਲ ਕਰਦੇ ਪਏ ਨੇ। ਦਿੱਲੀ ਦੇ ਵਿੱਚ ਜਿਵੇਂ 15 ਅਗਸਤ ਦੇ ਉੱਤੇ ਪਤੰਗਾਂ ਉਡਾਈਆਂ ਜਾਂਦੀਆਂ ਨੇ। ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ ਕਿ ਬੱਚੇ ਜਿਹੜੇ ਸੀ ਉਹ ਕਾਗਜ਼ ਲੈ ਕੇ ਆਉਂਦੇ ਸੀਗੇ। ਅਨੀਲੇ ਕਾਗਜ਼, ਕਾਗਜ਼ ਦਾ ਅਰਥ ਹੈ ਕਾਗਜ਼, ਪੇਪਰ। ਅਨੀਲੇ ਕਾਗਜ਼ ਕਾਟੀਲੇ ਗੁੱਡੀ। ਫਿਰ ਉਹਨੂੰ ਨਾ ਗੁੱਡੀ ਦੀ ਸ਼ੇਪ ਵਿੱਚ ਕੱਟਦੇ ਸੀ ਤੇ ਗੁੱਡੀ ਤਿਆਰ ਕਰਦੇ ਸੀ। ਭਾਵ ਪਤੰਗ ਜਿਹੜੀ ਸੀ ਉਹ ਤਿਆਰ ਕਰਦੇ ਸੀ। ਅਨੀਲੇ ਕਾਗਜ਼ ਕਾਟੀਲੇ ਗੁੱਡੀ। ਤੇ ਪਤੰਗ ਤਿਆਰ ਕਰਕੇ ਕੰਨੀਆਂ ਕੁੰਨੀਆਂ ਪਾ ਕੇ ਉਹਦੇ ਨਾਲ ਡੋਰ ਬੰਨ੍ਹ ਕੇ ਉਡਾਉਂਦੇ ਸੀ ਅਸਮਾਨ ਦੇ ਵਿੱਚ। ਅਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮੱਦੇ ਭਰਮੀ ਅਲੇ। ਆਕਾਸ਼ ਦੇ ਵਿੱਚ ਉਸ ਪਤੰਗ ਨੂੰ ਉਡਾ ਦਿੰਦੇ ਸੀਗੇ। ਹੁਣ ਨਾਲ ਕੀ ਕਰਦੇ ਸੀ? ਪੰਜ ਜਨਾ ਸਿਉ ਬਾਤ ਬਤਊਆ। ਨਾਲ ਦੋਸਤ ਮਿੱਤਰ ਵੀ ਹੁੰਦੇ ਨੇ। ਬੰਦਾ ਜਦੋਂ ਪਤੰਗ ਉਡਾ ਰਿਹਾ ਹੁੰਦਾ, ਕਈ ਵਾਰੀ ਹੁੰਦਾ ਨਾ ਨਾਲ ਹੋਰ ਸਾਥੀ ਵੀ ਹੁੰਦੇ ਨੇ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ। ਕਹਿੰਦੇ ਇੱਕ ਜਣਾ ਪਤੰਗ ਉਡਾ ਰਿਹਾ ਹੈ, ਬਾਕੀ ਹੋਰ ਵੀ ਸੰਗੀ ਸਾਥੀ ਉਹਦੇ ਨਾਲ ਹੈਗੇ ਨੇ। ਪੰਜ ਜਨਾ ਸਿਉ ਬਾਤ ਬਤਊਆ। ਤੇ ਆਪਸ ਦੇ ਵਿੱਚ ਨਾ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ। ਉਹ ਕਹਿੰਦਾ ਚਰਖੜੀ ਫੜੀ ਯਾਰ, ਥੋੜ੍ਹੀ ਢੀਲ ਦੇ, ਠੀਕ ਹੈ। ਉਹ ਬੰਦਾ ਦੂਜਾ ਚਰਖੜੀ ਨੂੰ ਫੜ ਲੈਂਦਾ ਹੈ, ਢੀਲ ਦਿੱਤੀ ਜਾਂਦੀ ਹੈ, ਪਤੰਗ ਨੂੰ ਹੋਰ ਵਧਾਇਆ ਜਾਂਦਾ ਹੈ ਅਸਮਾਨ ਵਾਲੇ ਪਾਸੇ ਨੂੰ। ਆਕਾਸ਼ ਮੱਦੇ ਭਰਮੀ ਅਲੇ। ਹੁਣ ਕਹਿਣਾ ਪਤਾ ਕੀ ਚਾਹ ਰਹੇ ਨੇ ਭਗਤ ਜੀ? ਧਿਆਨ ਪਤਾ ਕਿੱਥੇ ਹੈ ਪਤੰਗ ਉਡਾਉਣ ਵਾਲੇ ਦਾ? ਉਹ ਸਾਰਿਆਂ ਨਾਲ ਗੱਲਾਂ ਬਾਤਾਂ ਕਰ ਰਿਹਾ, ਪਰ ਉਹਦਾ ਧਿਆਨ ਕਿੱਥੇ ਲੱਗਾ ਹੋਇਆ? ਉਹਦਾ ਧਿਆਨ ਹੈਗਾ ਡੋਰ ਵਾਲੇ ਪਾਸੇ ਨੂੰ। ਕਿਤੇ ਮੇਰੀ ਪਤੰਗ ਜਿਹੜੀ ਹੈ ਉਹ ਥੱਲੇ ਨਾ ਡਿੱਗ ਪਵੇ। ਉਹਦਾ ਧਿਆਨ ਉੱਥੇ ਹੀ ਹੈ। ਪਤੰਗ ਦੇ ਵਿੱਚ ਉਹਨੇ ਆਪਣਾ ਧਿਆਨ ਰੱਖਿਆ ਹੋਇਆ, ਡੋਰ ਦੇ ਵਿੱਚ ਉਹਨੇ ਆਪਣਾ ਧਿਆਨ ਰੱਖਿਆ ਹੋਇਆ। ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਪਿਆ, ਪਰ ਉਹਦਾ ਧਿਆਨ ਡੋਰ ਦੇ ਵਿੱਚ ਹੈ। ਕਹਿੰਦੇ ਭਲਿਆ ਤੂੰ ਵੀ ਇਸ ਤਰ੍ਹਾਂ ਆਪਣੇ ਕੰਮ ਕਾਜ ਕਰਨੇ ਨੇ ਸਾਰੇ ਦੇ ਸਾਰੇ। ਖੇਡਣਾ ਵੀ ਜ਼ਰੂਰੀ ਹੈ। ਖੇਡ ਆਪਣੀ ਜ਼ਿੰਦਗੀ ਵਿੱਚ, ਪਤੰਗਾਂ ਉਡਾ, ਕ੍ਰਿਕਟ ਖੇਡ, ਫੁੱਟਬਾਲ ਖੇਡ, ਜਿਹੜੀ ਮਰਜ਼ੀ ਖੇਡ ਤੈਨੂੰ ਪਸੰਦ ਹੈ ਤੂੰ ਖੇਡ ਆਪਣੀ ਜ਼ਿੰਦਗੀ ਦੇ ਵਿੱਚ। ਪਰ ਜਿਵੇਂ ਉਸ ਬੱਚੇ ਨੇ ਡੋਰ ਦੇ ਵਿੱਚ ਆਪਣਾ ਧਿਆਨ ਲਾਇਆ ਹੋਇਆ ਨਾ ਪਤੰਗ ਉਡਾਉਂਦਿਆਂ ਹੋਇਆਂ, ਇਸ ਤਰੀਕੇ ਨਾਲ ਤੇਰਾ ਧਿਆਨ ਜਿਹੜਾ ਹੈ ਨਾ ਉਹ ਪਤਾ ਕਿੱਥੇ ਹੋਣਾ ਚਾਹੀਦਾ? ਗੁਣਾਂ ਦੇ ਵਿੱਚ। ਜਦੋਂ ਕੋਈ ਗੇਮ ਖੇਡੇ, ਗੇਮ ਦੇ ਵਿੱਚ ਬੇਈਮਾਨੀ ਨਾ ਕਰੀ, ਇਮਾਨਦਾਰੀ ਨਾਲ ਖੇਡੀ ਚੱਲ ਗੇਮ। ਗੁਣਾਂ 'ਚ ਧਿਆਨ ਲਾ ਕੇ ਕੋਈ ਵੀ ਗੇਮ ਖੇਡ ਆਪਣੀ ਜ਼ਿੰਦਗੀ ਦੇ ਵਿੱਚ। ਰੋਕਿਆ ਥੋੜ੍ਹੀ ਨਾ ਕਿਸੇ ਚੀਜ਼ ਤੋਂ। ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ, ਸਾਰੀ ਗੱਲ ਆਈ ਹੈ ਨਾ। ਹੱਸੋ ਖੇਡੋ, ਪਹਿਨੋ ਖਾਓ, ਖੇਡਣ ਦੀ ਗੱਲ ਵੀ ਹੈ। ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ ਦੀ ਗੱਲ ਹੈ। ਅਗਲੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਆਨੀਲੇ ਕੁੰਭ। ਕੁੰਭ ਕਹਿੰਦੇ ਨੇ ਘੜੇ ਨੂੰ। ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ? ਘੜੇ ਹੁੰਦੇ ਸੀਗੇ ਤੇ ਪਾਣੀ ਲੈਣ ਵਾਸਤੇ ਲੜਕੀਆਂ ਜਿਹੜੀਆਂ ਸੀ ਉਹ ਆਪਣੇ ਜਿੱਥੇ ਉਹ ਰਹਿੰਦੇ ਸੀ ਉੱਥੋਂ ਦੀ ਕਾਫੀ ਦੂਰ ਜਾਣਾ ਪੈਂਦਾ ਸੀਗਾ ਤੇ ਉਹ ਪਾਣੀ ਭਰ ਕੇ ਲਿਆਉਂਦੇ ਸੀ। ਜਿਹੜੀ ਜਗ੍ਹਾ 'ਤੇ ਰਹਿ ਰਹੇ ਉੱਥੇ ਪਾਣੀ ਨਹੀਂ ਹੈ, ਕਿਸੇ ਨਦੀ ਤੋਂ ਪਾਣੀ ਭਰ ਕੇ ਲੈ ਕੇ ਆਉਣਾ, ਕਿਸੇ ਨਹਿਰ ਤੋਂ ਪਾਣੀ ਭਰ ਕੇ ਲੈ ਕੇ ਆਉਣਾ, ਦੂਰ ਜਾਣਾ ਪੈਂਦਾ ਸੀ ਪਾਣੀ ਲੈ ਕੇ ਆਉਣ ਵਾਸਤੇ। ਉਹ ਉਦਾਹਰਨ ਦਿੱਤੀ ਹੈ। ਕਹਿੰਦੇ ਆਨੀਲੇ ਕੁੰਭ। ਕੁੰਭ ਕਹਿੰਦੇ ਨੇ ਘੜੇ ਨੂੰ। ਆਨੀਲੇ ਕੁੰਭ ਭਰਾਈਲੇ ਉਦਕ। ਉਦਕ ਕਹਿੰਦੇ ਨੇ ਪਾਣੀ ਨੂੰ। ਕਹਿੰਦੇ ਘੜਾ ਲਿਆ, ਘੜੇ ਦੇ ਵਿੱਚ ਪਾਣੀ ਭਰਿਆ ਹੈ। ਅਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ। ਤੇ ਲੜਕੀਆਂ ਜਿਹੜੀਆਂ ਨੇ ਉਹ ਬੜੀ ਦੂਰੋਂ ਪਾਣੀ ਭਰ ਕੇ ਲੈ ਕੇ ਆ ਰਹੀਆਂ ਨੇ।
ਹੁਣ ਜਦੋਂ आंदियां पईयां ने ना सिर दे उत्ते घड़े जड़े ने वो रखे हुए ने, तो वेखो उन्हां लड़कियां दी प्रैक्टिस जिहड़ी है एडी वधिया हो जाती सी कि घड़े सिर दे उत्ते रख लैंदियां सन ते हत्थ भी नहीं सी लाउंदियां। बैलेंस इस तरीके नाल बनिया रहिंदा सी उन्हां दा कि घड़े जिहड़े सन वो डिगदे नहीं सन, जिहड़े सिर दे उत्ते रखे हुए ने बड़े तरीके दे नाल। कहंदे वो पानी भर के लिया रहीआं ने ते करदियां पता की पईयां ने, जदों इकट्ठियां जाणियां गईयां ने, इकट्ठियां ही आ रहीआं ने, आंदियां होईयां ना हसदियां पईयां ने, गल्लां बातां करदियां पईयां ने। हस्त विनोद विचार करती हैं, उत्थे हसदियां पईयां, गल्लां बातां करदियां पईयां, विचारां करदियां पईयां ने, सारा कुछ हो रहा है, पर ध्यान पता कित्थे है? चीत सो गागर राखी ले। चित कित्थे है? गागर दे विच, कि जिहड़ी सिर दे उत्ते गागर पई है, सिर दे उत्ते जिहड़ा घड़ा पिया है, ये घड़ा किते डिग ना जावे। ध्यान गल्लां बातां वाले पासे हैगा, अपना काम करदियां पईयां ने, पानी भर के लिया रहीआं ने, हसदियां खेडदियां भी पईयां ने, ध्यान उहदे विच है। कहंदे भलिया तूं भी अपने काम काज करने ने, हसना खेडना है, गल्लां बातां करनियां ने, ठीक है, पर ध्यान कित्थे होना चाहिए? ध्यान गुणां वाले पासे नूं होना चाहिए। जे तेरा ध्यान गुणां वाले पासे नूं है ना, सत संतोख दया धीरज ईमानदारी निमरता दे विच तेरा ध्यान लगा होया, जो मर्जी काम अपनी जिंदगी दे विच करी चल, भाव गुणां नूं अपना के जिहड़ा मर्जी काम अपनी जिंदगी विच कर, कोई रोक टोक नहीं है। कोई इत्थे ये गल नहीं कही जा रही कोई स्पैशल टाइम कढ़ना है ध्यान वास्ते, स्पैशल टाइम कढ़ना है कोई भगती करने वास्ते, किते भी तुहानूं ये गल नहीं मिलेगी स्पैशल टाइम दी। गुरबाणी दे विच ते अठे पैर की गल की गई है, काम काज करदियां होयां ही चित्त जोड़न की गल जिहड़ी है कीती गई है, भी गुणां च हमेशा चित्त जोड़ के रख तू अपना। अगली उदाहरण दिंदे ने, मंदिर एक द्वार दस जाके गऊ चरावन छाड़िए ले। कहंदे एक जगह हैगी है जिथे ना बहुत सारियां गावां ने जिहड़ियां वो रखियां होईयां ने, ते उस जगह दे ना कई सारे दरवाजे ने। हुण गावां जिहड़ियां ने वो चरन वास्ते थोड़ी दूर जांदियां ने। हुण जदों थोड़ी दूर गईयां ने ना, मंदिर एक द्वार दस जाके गऊ चरावन छाड़िए ले, गाइयां नूं छड्डिया गया, वो चरन गईयां। 5 कोस पर गऊ चरावत, 5 कोह ते जाके, काफ़ी दूर जाके वो गाइयां जड़ियां ने वो चरदियां ने। 5 कोस पर गऊ चरावत, पर चीत सो बछड़ा राखी ले। भावें वो दूर चलियां गईयां ने, जिथे उन्हां दे बछड़े जिहड़े ने वो बज्जे हुए ने जिस जगह दे उत्ते, उत्थों दी दूर चलियां गईयां ने, खा पी रहीआं ने उत्थे जाके, अपना इंजॉयमेंट कर रहीआं ने, पर उन्हां दा चित्त पता कित्थे है? चीत सो बछड़ा राखी ले। उन्हां दा ध्यान हैगा वच्छे दे विच, जिहड़ा वच्छा उत्थे ही बन्निया होया उस जगह दे उत्ते। आप दूर चलियां गईयां ने, वच्छे उत्थे ने, पर ध्यान उन्होंने अपना वच्छे दे विच लाया होया है। कहंदे भलिया इसे तरीके दे नाल खांदियां पींदियां काम काज करदियां, जिवें गां ने वच्छे दे विच अपना ध्यान लाया होया है, तू अपना ध्यान कित्थे ला के रखना है? चंगे गुणां दे विच। तेरा ध्यान गुणां वाले पासे नूं होना चाहिदा है। ये सी चौथी उदाहरण। ते पंजवीं उदाहरण दित्ती है, कहत नामदेव सुनो त्रिलोचन। इत्थे नामदेव जी हुण त्रिलोचन जी नूं संबोधन होके ही यह पूरा शब्द जिहड़ा है वो समझा रहे ने सानू। कहंदे ने कहत नामदेव सुनो त्रिलोचन, नामदेव जी कह रहे ने त्रिलोचन जी सुनो, बालक पालन पौड़ी ले। पुराने समयां दे विच बच्चा जिहड़ा हुंदा सी, छोटा बच्चा, उन्होंने पंघूड़े दे विच पाया जांदा सीगा, ते पंघूड़े विच पा के हिला दिता जांदा सी उन्हों, ते बच्चा जिहड़ा सी वो सौ जांदा सीगा पंघूड़े दे विच, ते माँ जिहड़ी सी वो अपना काम काज करदी रहिंदी सीगी, घर दा काम काज जिहड़ा हुंदा है। हुण माँ घर दा काम काज करदी पई है, पर उस माँ दा ध्यान कित्थे लगा होया? ध्यान हैगा उहदा पंघूड़े वाले पासे नूं, अपने बच्चे वाले पासे नूं। किते उठ ना गया होवे, किते रोंदा ना होवे, किते भुख ना लगी होवे, करदी अपना काम काज पई है। कहंदे ने कहत नाम दिओ सुनो त्रिलोचन, बालक पालन पौंडी ले, अंतर बाहर काज विरोधी। माँ जिहड़ी अंदर बाहर दे काम करदी पई है, अपने घर दे काम, कदी घर दे अंदर काम करदी है, कदी घर दे बाहर काम कर लैंदी है, ठीक है। अंतर बाहर काज विरोधी, पर उसदा ध्यान पता कित्थे है? चीत सो बारक राखी ले।
ਉਹਦਾ ਚਿੱਤ ਜਿਹੜਾ ਹੈ ਨਾ ਉਹ ਬਾਲਕ ਦੇ ਵਿੱਚ ਹੈ, ਬੱਚੇ ਦੇ ਵਿੱਚ ਹੈ। ਕਿਤੇ ਉੱਠ ਨਾ ਗਿਆ ਹੋਵੇ, ਕਿਤੇ ਭੁੱਖ ਨਾ ਲੱਗ ਗਈ ਹੋਵੇ, ਕਿਤੇ ਰੋਂਦਾ ਨਾ ਹੋਵੇ, ਉਹਦਾ ਧਿਆਨ ਉੱਥੇ ਲੱਗਾ ਹੋਇਆ। ਕਹਿੰਦੇ ਭਲਿਆ ਇਸੇ ਤਰ੍ਹਾਂ ਤੂੰ ਵੀ ਆਪਣੇ ਕੰਮ ਕਾਜ ਕਰਨੇ ਨੇ, ਘਰ-ਬਾਰ ਦੇ ਕੰਮ ਤੂੰ ਹੀ ਕਰਨੇ ਨੇ, ਪਰ ਇਹ ਕੰਮ ਕਾਜ ਕਰਦਿਆਂ ਹੋਇਆਂ ਤੇਰਾ ਧਿਆਨ ਕਿੱਥੇ ਹੋਣਾ ਚਾਹੀਦਾ ਹੈ? ਗੁਣਾਂ ਦੇ ਵਿੱਚ ਹੋਣਾ ਚਾਹੀਦਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ ਦੇ ਵਿੱਚ ਹੋਣਾ ਚਾਹੀਦਾ। ਆਪਣੇ ਕੰਮ ਕਾਜ ਕਰ, ਗੁਣਾਂ ਨੂੰ ਜੀਵਨ ਵਿੱਚ ਅਪਣਾ ਕੇ ਰੱਖ, ਇਹ ਜੀਵਨ ਖੁਸ਼ਹਾਲ ਬਣ ਜਾਏਗਾ। ਵੇਖੋ ਪੂਰੇ ਸ਼ਬਦ ਦੇ ਵਿੱਚ 5 ਉਦਾਹਰਨਾਂ ਦਿੱਤੀਆਂ ਨੇ, ਤੇ 5 ਉਦਾਹਰਨਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਆਪਣੇ ਕੰਮ ਕਾਜ ਛੱਡ ਕੇ ਤੇ ਫਿਰ ਕੋਈ ਵੱਖਰਾ ਟਾਈਮ ਕੱਢਣਾ ਤੇ ਉਦੋਂ ਤੂੰ ਹੀ ਭਗਤੀ ਕਰਨੀ ਹੈ। ਨਹੀਂ, ਹਰ ਵੇਲੇ ਭਗਤੀ ਕਰਨੀ ਹੈ, ਹਰ ਸਮੇਂ ਭਗਤੀ ਕਰਨੀ ਹੈ। 24 ਦੇ 24 ਘੰਟੇ ਭਗਤੀ ਕਰਨੀ ਹੈ, 24 ਦੇ 24 ਘੰਟੇ ਨਾਮ ਜਪਣਾ ਹੈ, 24 ਦੇ 24 ਘੰਟੇ ਨਾਮ ਸਿਮਰਨ ਕਰਨਾ ਹੈ। ਸਭ ਕੁਝ 24 ਦੇ 24 ਘੰਟੇ ਹੋਣਾ, ਹਰ ਪਲ ਹੋਣਾ, ਸਵਾਸ ਹੋਣਾ। ਤੇ ਇਹ ਤਾਂ ਹੀ ਹੋ ਸਕਦਾ ਜਦੋਂ ਗੁਣਾਂ ਦੇ ਨਾਲ ਸਾਂਝ ਪਈ ਹੋਈ ਹੈ। ਕਿੱਡੇ ਸੋਹਣੇ ਤਰੀਕੇ ਦੇ ਨਾਲ ਭਗਤ ਨਾਮਦੇਵ ਜੀ ਨੇ ਇਹ ਗੱਲ ਜਿਹੜੀ ਹੈ ਇਸ ਪਾਵਨ ਵਾਕ ਦੇ ਵਿੱਚ ਕਲੀਅਰ ਰੱਖੀ ਹੈ। ਜੇ ਕਿਤੇ ਸਾਨੂੰ ਇਹ ਨੁਕਤਾ ਸਮਝ ਆ ਜਾਵੇ ਨਾ, ਸੱਚ ਕਰਕੇ ਜਾਣਿਓ ਅਸੀਂ ਬੜੇ ਹੌਲੇ ਹੋ ਜਾਵਾਂਗੇ। ਅੱਜ ਬੜਾ ਭਾਰ ਬੰਦਿਆਂ ਨੇ ਆਪਣੇ ਦਿਮਾਗ ਦੇ ਵਿੱਚ ਚੱਕਿਆ ਪਿਆ ਹੈ, ਧਰਮ ਦੇ ਨਾਂ ਦੇ ਉੱਤੇ ਪਤਾ ਨਹੀਂ ਕੀ ਕੁਝ ਸਿਖਾ ਦਿੱਤਾ ਗਿਆ ਹੈ, ਜਿਹਦੇ ਕਰਕੇ ਬੰਦੇ ਅੱਜ ਬੜੇ ਪਰੇਸ਼ਾਨ ਨੇ। ਵਿਚਾਰੇ ਆਪਣੇ ਆਪ ਨੂੰ ਸੋਚਦੇ ਨੇ ਵੀ ਸਾਡੇ ਕੋਲੋਂ ਤਾਂ ਧਰਮ ਹੀ ਨਹੀਂ ਕਮਾਇਆ ਜਾਣਾ, ਪਤਾ ਨਹੀਂ ਸਾਡਾ ਕੀ ਬਣਨਾ ਹੈ, ਕੀ ਨਹੀਂ ਬਣਨਾ ਹੈ। ਬੜਾ ਕੁਝ ਵਿਚਾਰੇ ਸੋਚੀ ਜਾਂਦੇ ਨੇ। ਪਰ ਕਿਤੇ ਇਹ ਭਗਤ ਨਾਮਦੇਵ ਜੀ ਦੇ ਵੱਲੋਂ ਦੱਸਿਆ ਹੋਇਆ ਨੁਕਤਾ ਸਾਨੂੰ ਸਮਝ ਆ ਜਾਵੇ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਸਕਦੀ ਹੈ, ਤੇ ਸਾਡੇ ਸਾਰੇ ਜਿਹੜੇ ਭਰਮ ਨੇ, ਸ਼ੰਕੇ ਨੇ ਜਿਹੜੇ, ਉਹ ਦੂਰ ਹੋ ਸਕਦੇ ਨੇ। ਆਓ ਇਸ ਵਾਕ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ। ਧੰਨਵਾਦ।